ਵੱਡੇ ਵੱਡੇ ਵਾਅਦੇ ਕਰ ਲਏ ਤੇ ਬਾਣੀ ਦੇ ਰਾਹੀਂ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਭਰਾਵੋ ਯਕੀਨ ਕਰ ਲਏ, ਯਕੀਨ ਕਰਕੇ ਠੱਗੇ ਗਏ। ਤੇ ਇਹ ਭਰਾਵੋ 100 ਕਿਉਂ ਚੁੱਕਣੀਆਂ ਪੈਂਦੀਆਂ, ਉਹਦਾ ਮੈਂ ਤੁਹਾਨੂੰ ਇੱਕੋ ਲਾਈਨ 'ਚ ਇਹੀ ਕਾਰਨ ਦੱਸਿਆ ਕਿ ਜਿਨ੍ਹਾਂ ਤੇ ਕੋਈ ਯਕੀਨ ਨਾ ਹੋ। ਇੱਕ ਦੂਜਾ ਠੱਗ ਤੁਰਿਆ ਫਿਰਦਾ, ਉਹਨੇ ਵੀ 100 ਚੱਕੀ ਸੀ, ਕੇਜਰੀਵਾਲ ਨੇ 100 ਕਾਹਦੀ ਚੱਕੀ ਸੀ ਕਿਸੇ ਨੂੰ ਯਾਦ ਹੈ? ਭੁੱਲੇ ਹੀ ਬੈਠੇ ਆ, ਕਿਉਂਕਿ ਕਬੀਲਦਾਰੀ ਦੇ ਬੋਝ ਹੈ, ਕਾਲੇ ਕਾਨੂੰਨ ਤੜਵਾਉਣ ਦਾ ਬੋਝ ਹੈ। ਗਰਮੀ ਨੇ ਵੈਸੇ ਮੱਤ ਮਾਰੀ ਪਈ ਹੈ, ਪਹਿਲਾਂ ਮੀਂਹ ਨਹੀਂ ਪਿਆਗਾ, ਝੋਨੇ 8 ਮਸਾਂ ਮਾੜੇ ਮੋਟੇ ਪੜਨੇ ਸ਼ੁਰੂ ਹੋਏ ਆ ਤੇ ਅਸੀਂ ਇਹਨਾਂ ਰੋਜ਼ਮਰਾ ਦੀਆਂ ਗੱਲਾਂ ਦੇ ਵਿੱਚ ਭੁੱਲ ਜਾਂਦੇ ਆ ਕਿ ਕੌਣ ਕੇਜਰੀਵਾਲ ਨੇ ਕੀ ਸੋਚ ਚੁੱਕੀ ਸੀ। ਮੈਂ ਇੱਕ ਬੇਨਤੀ ਕਰਦੇ ਆ ਯਾਦ ਕਰਾਵਾਂ, ਉਹ 7.5 ਸਾਲ ਦਾ ਸੀ ਪਹਿਲਾਂ ਦਾ ਕੇਜਰੀਵਾਲ ਸਾਹਿਬ ਨੇ ਆਪਣੇ ਦੋਨੋਂ ਬੱਚੇ ਜਿਹੜੇ ਸਟੇਜ ਤੇ ਛੱਡੇ, ਸਾਰੇ ਦੇਸ਼ ਦੇ ਚੈਨਲ ਚੱਲਦੇ ਸੀਗੇ ਤੇ ਜਿਵੇਂ ਉਹ ਪੋਲਾ ਜਾਂ ਮੂੰਹ ਕਰਕੇ ਬੋਲਦਾ ਹੁੰਦਾ, ਜਿਵੇਂ ਲੱਗਦਾ ਬੰਦੇ ਨੂੰ ਕਿ ਬੜਾ ਵਿਚਾਰਾ ਜਾਂ ਤੇ ਉਹ ਠਗੜਾ ਜਾਂ ਬਣ ਜਾਂਦਾ ਹੈ। ਕਹਿੰਦਾ ਮੈਂ ਸਾਰੇ ਦੇਸ਼ ਦੇ ਲੋਕਾਂ ਦੇ ਸਾਹਮਣੇ ਸਹੁੰ ਚੁੱਕਦਾ ਕਿ ਨਾ ਮੈਂ ਬੀਜੇਪੀ ਨਾਲ ਸਮਝੌਤਾ ਕਰੂੰਗਾ, ਨਾ ਮੈਂ ਕਾਂਗਰਸ ਨਾਲ ਸਮਝੌਤਾ ਕਰੂੰਗਾ ਤੇ ਜੇ ਮੇਰੇ ਐਮਐਲਏ ਪੂਰੇ ਨਾ ਹੋਏ ਤਾਂ ਮੈਂ ਆਪੋਜੀਸ਼ਨ ਦੇ ਵਿੱਚ ਬੈਠਣ ਦਾ ਫੈਸਲਾ ਕਰੂੰਗਾ। ਹਾਲੇ ਵੀ ਮੇਰੇ ਖਿਆਲ ਯਾਦ ਨਹੀਂ ਆਈ, ਪਰ ਉਹਦੀ ਭਾਸ਼ਾ ਦੇ ਵਿੱਚ 2 ਗੱਲਾਂ ਹੋਰ ਯਾਦ ਕਰਾਉਂਗਾ। ਫਿਰ ਅੱਗੇ ਉਹਨੇ ਬੋਲਿਆ, ਕਹਿੰਦਾ ਨਾ ਗਾੜੀ ਲੂੰਗਾ, ਨਾ ਬੰਗਲਾ ਲੂੰਗਾ, ਨਾ ਗਨਮੈਨ ਲੂੰਗਾ ਤੇ ਨਾ ਮੈਂ ਤਨਖਾਹ ਲਊਂਗਾ, ਕਹਿੰਦਾ ਮੈਂ ਰੇਲ ਤੇ ਆਇਆ ਕਰੂੰਗਾ। ਯਾਦ ਆ ਗਈਆਂ ਗੱਲਾਂ ਕਿ ਨਹੀਂ ਆ ਗਈਆਂ? ਹੁਣ ਜਿਹੜਾ ਬੰਦਾ ਜਦੋਂ ਐਮਐਲਏ ਘਟ ਗਏ ਤੇ ਨਾਲ ਦੀ ਨਾਲ ਕਾਂਗਰਸ ਨਾਲ ਰਲ ਕੇ ਸਰਕਾਰ ਬਣਾ ਗਿਆ, ਜਿਹੜਾ ਬੰਦਾ ਆਪਣੇ ਬੱਚਿਆਂ ਦੀ ਸਹੁੰ ਖਾ ਕੇ ਮੁੱਕਰ ਸਕਦਾ ਹੈ ਤੇ ਆ ਨੀਨਾ ਮਿੱਤਲ ਵਰਗੇ ਕੱਲ ਤੇ ਪਰਚੇ ਲਾਈ ਬੈਠੇ ਕਿ ਕੇਜਰੀਵਾਲ ਦੀ ਗਰੰਟੀ, ਇਸ ਭੜੂਏ ਦੀ ਕਾਹਦੀ ਗਰੰਟੀ ਹੈ ਜਿਹੜਾ ਬੱਚਿਆਂ ਦੀ ਸਹੁੰ ਖਾ ਕੇ ਮੁੱਕਰ ਸਕਦਾ? ਜਿਹੜਾ ਬਾਣੀ ਦੀ ਸਹੁੰ ਖਾ ਕੇ ਮੁੱਕਰ ਸਕਦਾ ਉਹਨਾਂ ਲੋਕਾਂ ਤੇ ਤੁਸੀਂ ਕਿਵੇਂ ਯਕੀਨ ਕਰ ਲਓਗੇ? ਇਹ ਸਾਰਾ ਕੰਮ ਹੀ ਸਹੁੰਆਂ ਤੇ ਚੱਲ ਪਿਆ ਭਰਾਵੋ। ਅੱਗੇ ਆ ਜਾਓ, ਆ ਜਿਹੜਾ ਤੀਜਾ ਇਹਨਾਂ ਦਾ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਦਾ, ਗੁਰਦੁਆਰਾ ਸਾਹਿਬ ਤੇ ਖੜੇ ਆ, ਨਾਂ ਲੈਣਾ ਵੀ ਨਹੀਂ ਚੰਗਾ ਲੱਗਦਾ। ਇਹ ਕਹਿੰਦਾ ਮੈਂ ਸਹੁੰ ਖਾ ਲਈ, ਅੱਜ ਤੋਂ ਬਾਅਦ ਟੱਲੀ ਨਹੀਂ ਹੁੰਦਾ, ਕਹਿੰਦਾ ਮੈਂ ਆਪਣੀ ਮਾਂ ਦੀ ਸਹੁੰ ਖਾ ਲਈ। 5ਵੇਂ 7ਵੇਂ ਦਿਨ ਪੱਤਰਕਾਰਾਂ ਨੇ ਫੜ ਲਿਆ, ਟੱਲੀ ਹੋਇਆ। ਕੀ ਤੁਸੀਂ ਇਹਨਾਂ ਦਾ ਕਹੋਗੇ? ਕੱਲੀ ਗੱਲ ਸਹੁੰ ਦੀ ਨਹੀਂ ਗਈ ਕੱਲੀ, ਕਿਉਂਕਿ ਯਕੀਨ ਨਹੀਂ ਕਰਦੇ। ਤਾਂ ਤੀਜਾ ਚੌਥਾ ਆ ਗਿਆ ਠੋਕੋਤਾਲੀ। ਹੁਣ ਇਹ ਕਹਿੰਦਾ ਮੈਂ ਆਪਣੇ ਮਾਂ ਦੇ ਦੁੱਧ ਦੀ ਸਹੁੰ ਖਾਂਦਾ ਕਿ ਜਦੋਂ ਮੇਰੀ ਸਰਕਾਰ ਬਣ ਗਈ, ਕਿਉਂਕਿ ਜਦੋਂ ਬੋਲਣ ਲੱਗਦਾ ਨਾ ਇਹਨੂੰ ਪਤਾ ਨਹੀਂ ਲੱਗਦਾ ਮੈਂ ਬੋਲਣਾ ਕੀ ਹੈ, ਇਹਨੂੰ ਐਂ ਲੱਗਦਾ ਕਿ ਜਿਹੜਾ ਹੁਣ ਮੈਂ ਪਤਾ ਨਹੀਂ ਕੀ ਬਣ ਗਿਆ। ਇਹੋ ਜਿਹੇ ਐਕਸ਼ਨ ਕਰਦਾ ਜਿਵੇਂ ਕਿਸੇ ਫਿਲਮ 'ਚ ਰੋਲ ਕਰਦਾ ਹੁੰਦਾ। ਇਸ ਕਰਕੇ ਜਦੋਂ ਕਹਿੰਦਾ ਮੇਰੀ ਸਰਕਾਰ ਆ ਗਈ 3 ਰੁਪਏ ਯੂਨਿਟ ਕਹਿੰਦਾ ਮੈਂ ਬਿਜਲੀ ਦਾ ਕਰ ਦੂੰਗਾ, ਉਹ ਪਿਛਲੇ ਅਗਲੇ ਬੋਲਣ ਲੱਗ ਗਏ ਵੀ ਸਰਕਾਰ ਆਪਣੀ ਹੈ। ਜਦ ਪੱਤਰਕਾਰਾਂ ਨੇ ਬਾਅਦ ਪੁੱਛਿਆ ਵੀ ਸਰਕਾਰ ਤਾਂ ਤੇਰੀ ਹੈ, ਪੁੱਛਣ ਵਾਲਾ ਹੋਵੇ ਵੀ ਸਰਕਾਰ ਕਿਸੇ ਪਾਕਿਸਤਾਨੀ ਦੀ ਹੈ ਜਾਂ ਅਫਗਾਨਿਸਤਾਨੀ ਦੀ ਹੈ। ਐਸੇ ਬੰਦੇ ਆ ਭਰਾਵੋ, ਐਡੇ ਐਡੇ ਵੱਡੇ ਝੂਠ ਬੋਲਦੇ ਆ। ਤੇ ਜਿਹੜੀ ਝੂਠ ਹੁੰਦਾ ਨਾ, ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਝੂਠ ਸੁਣਨ ਨੂੰ ਕੰਨਾਂ ਨੂੰ ਬਹੁਤ ਪਿਆਰਾ ਲੱਗਦਾ, ਬਹੁਤ ਚੰਗਾ ਲੱਗਦਾ। ਉਹਦੇ ਚ ਜਦੋਂ ਸੱਚਾਈ ਨਿਕਲਦੀ ਹੈ ਤੇ ਫਿਰ ਜਿਵੇਂ ਹੁਣ ਕੈਪਟਨ ਸਾਹਿਬ ਨੇ ਬਾਣੀ ਸੰਨ ਚ ਲਿਆ ਕੇ ਵੋਟਾਂ ਠੱਗ ਲਈਆਂ ਤੇ ਹੁਣ 5 ਸਾਲ ਹੋ ਗਏ ਅੱਖਾਂ 'ਚ ਘਸੁੰਨ ਤੋਂ ਇਹਦੇ ਰੋਈ ਜਾਂਦੀ। ਆ ਮੈਂ ਪਿੰਡਾਂ 'ਚ ਜਾਂਦਾ ਤੇ ਉੱਥੇ ਨੌਜਵਾਨ ਹੁਣ ਵਾਹਵਾ ਗਾਬਰੀਆ ਸਾਹਿਬ, ਇੱਕ ਖੁਸ਼ੀ ਦੀ ਗੱਲ ਹੈ, ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ, ਨੌਜਵਾਨ ਮੁੜਨ ਲੱਗੇ ਆ। ਜਦੋਂ ਮੈਂ ਉਹਨਾਂ ਨੂੰ ਪੁੱਛਦਾ ਵੀ ਅੱਗੇ ਫਾਰਮ ਭਰਾਏ ਹੋਣੇ ਤੁਸੀਂ, ਕਹਿੰਦੇ ਹਾਂਜੀ ਭਰਾਏ ਆ, ਕਿਹੜੇ ਹੱਸਦੇ ਆ। ਤੇ ਮੈਂ ਕਿਹਾ ਟੁੱਕ ਜੇ ਵੀ ਸਾਂਭੀ ਬੈਠੇ ਹੋਣੇ, ਕਹਿੰਦੇ ਸਾਂਭੀ ਬੈਠੇ ਆ। ਤੇ ਮੈਂ ਕਿਹਾ ਕਿਸੇ ਨੂੰ ਆਇਆ ਥਾਣੇਦਾਰ ਦਾ ਸੱਦਾ? ਫਿਰ ਆਉਣਾ ਕੀ ਹੈ? ਇਸ ਕਰਕੇ ਅੱਜ 1.5 ਲੱਖ ਨੌਕਰੀ ਪੰਜਾਬ ਦੇ ਵਿੱਚ ਖਾਲੀ ਪਈ ਹੈ ਸਰਕਾਰ ਦੀ। ਕੈਪਟਨ ਅਮਰਿੰਦਰ ਤੋਂ ਤਾਂ ਖਾਲੀ ਪਈਆਂ ਨੌਕਰੀਆਂ ਤੱਕ ਨਹੀਂ ਭਰੀਆਂ ਗਈਆਂ ਭਰਾਵੋ। ਇਹ ਵੀ ਤੁਹਾਡੇ ਸਾਹਮਣੇ ਹੈ। ਕਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੇ, ਕਿਹੜਾ ਨਹੀਂ ਕੀਤਾ, ਮੇਰੇ ਦੱਸਣ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਭਰਾਵੋ ਇਹ ਦੋਨੋਂ ਪਾਰਟੀਆਂ ਵੋਟਾਂ ਦੀ ਠੱਗੀ ਮਾਰਨੀਆਂ ਚਾਹੁੰਦੀਆਂ, ਔਰ ਖਾਸ ਕਰਕੇ ਇੱਥੋਂ ਵਾਲਾ ਹਰਦਿਆਲ ਕੰਬੋਜ। ਮੈਂ ਪਹਿਲਾਂ ਵੀ ਤੁਹਾਡੇ ਨਾਲ ਕਈ ਥਾਂ ਜ਼ਿਕਰ ਕੀਤਾ ਜਿੱਥੇ ਕਿਤੇ ਇਕੱਠੇ ਹੋਏ ਆ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ ਤੇ ਮੁੱਖ ਮੰਤਰੀ ਦੀ ਤਾਕਤ ਹੋਵੇ ਐਮਐਲਏ ਕੋਲੇ, ਤੇ ਜੇ ਫਿਰ ਉੱਥੋਂ ਦੇ ਲੋਕਾਂ ਦੇ ਕੰਮ ਨਾ ਹੋਣ, ਕੰਮ ਨਹੀਂ ਇਕੱਲੇ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਹੁੰਦੇ, ਲੋਕਾਂ ਦੇ ਚਾਹ ਵੀ ਪੂਰੇ ਹੁੰਦੇ ਆ, ਚਾਹ ਵੀ ਪੂਰੇ ਹੁੰਦੇ ਆ। ਕਿਉਂਕਿ ਅਸੀਂ ਆਪ ਖੁਦ ਆਪਦੇ ਹੱਡੀ ਹੰਢਾ ਕੇ ਆਏ ਆ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਲੈਕਸ਼ਨ ਲੜਦੇ ਆ ਜਾਂ ਕੰਮ ਕਰਦੇ ਹੁੰਦੇ ਸੀ। ਤੇ ਇੱਥੇ ਗਾਬਰੀਆ ਸਾਹਿਬ ਮੈਂ ਤੁਹਾਡੇ ਧਿਆਨ 'ਚ ਲਿਆਉਣਾ, ਇੱਥੋਂ ਦਾ ਹਰਦਿਆਲ ਸਿੰਘ ਐਮਐਲਏ ਆ। ਮੇਰਾ ਤਾਂ ਕੰਬੋਜ ਕਹਿਣ ਨੂੰ ਵੀ ਨਹੀਂ ਜੀ ਕਰਦਾ, ਸਾਡਾ ਭਾਈ ਤੇਰਾ ਸਾਰਾ ਆਪ ਬੈਠਾ ਹੈ, ਕਿਉਂਕਿ ਜਦੋਂ ਉਹਨੂੰ ਕੋਈ ਗਾਲ ਕੱਢਦੇ ਆ ਤਾਂ ਉਹਨੂੰ ਐਂ ਲੱਗਦਾ ਕਿਤੇ ਬਹਾਦਰੀ ਕਿ ਮੈਂ ਕਿਤੇ ਗੁੱਸੇ ਹੋ ਜੇ। ਇਸ ਕਰਕੇ ਐਸਾ ਗੰਦ ਪਾਇਆ ਮੈਂ ਕਹੂੰਗਾ ਇਸ ਹਲਕੇ ਦੇ ਵਿੱਚ, ਇੱਕੋ ਹੀ ਕੰਮ ਫੜਿਆ ਕਿ ਜਾਂ ਪਰਚਾ ਕਰਾ ਲਓ ਤੇ ਜਾਂ ਮੈਥੋਂ ਪਰਨਾ ਪਵਾ ਲਓ। ਇਹਨੂੰ ਇਹ ਨਹੀਂ ਸਮਝ ਆਉਂਦੀ ਕਿ ਧੱਕੇ ਨਾਲ ਜੇ ਤੂੰ ਪਰਨਾ ਕਿਸੇ ਦੇ ਪਾ ਦੇਗਾ ਤੇ ਫਿਰ ਤੈਨੂੰ ਕੋਈ ਵੋਟਾਂ ਪਾ ਦੂਗਾ। ਆ ਕੱਲ ਰਾਤ ਦੀ ਗੱਲ ਦੱਸਦਾ ਹੈ ਤੇ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਇਹੋ ਜਿਹੇ ਗਰੀਬ ਲੋਕਾਂ ਨੂੰ ਖੜੇ ਹੋਣ ਦਾ ਸਿਰ ਝੁਕਣ ਜਿਹੜਾ ਹੈਗਾ ਉਹ ਤੂੰ ਬਲ ਬਖਸ਼ੀ। ਚੰਗੇਰੇ ਪਿੰਡ ਦੀ ਘਟਨਾ ਹੈ ਤੇ ਚੰਗੇਰੇ ਪਿੰਡ ਦੇ ਜਿਹੜੇ ਸੱਜਣ ਹੈ ਸਾਡੇ ਪ੍ਰਧਾਨ ਸਾਹਿਬ ਬੈਠੇ ਆ ਇੱਥੇ ਲక్ష్మణ ਸਿੰਘ,
ਉਹ ਮੈਨੂੰ ਪਿੰਡ ਲੈ ਕੇ ਗਏ ਤੇ ਮੇਰੀ ਗੱਡੀ ਚੋਂ ਤਾਂ ਸਰੋਪੇ ਹੀ ਮੁਕਾਤੇ ਇੰਨੇ ਬੰਦੇ ਜੁਆਇਨ ਕਰੇ ਉਸ ਦਿਨ ਪਿੰਡ ਦੇ ਵਿੱਚ। ਤੇ ਉਹ ਬੰਦਾ ਇੱਕ ਪਾਰਟੀ ਜੁਆਇਨ ਕਰ ਗਿਆ ਤੇ ਉਹਦਾ ਜਿਹੜਾ ਘਰ ਪਿਆ ਸੀਗਾ ਜਿੱਥੇ ਉਹਨੇ ਜਗ੍ਹਾ ਖਰੀਦ ਕੇ ਮੁੱਲ ਲੈ ਕੇ ਘਰ ਪਾਇਆ ਤੇ ਕੱਲ ਕਹਿੰਦਾ ਆਪਣੀ ਪਾਰਟੀ ਦੇ ਬੰਦਿਆਂ ਨੂੰ ਕਹਿੰਦਾ ਵੀ ਜਾਂ ਤਾਂ ਉਹਦਾ ਮੂਹਰੋਂ ਘਰ ਢਾਹ ਦਿਓ ਵੀ ਗਲੀ ਅਸੀਂ ਖੁੱਲੀ ਕਰਨੀ ਹੈ ਤੇ ਜਾਂ ਉਹਨੂੰ ਸਰੋਪਾ ਪਵਾ ਲਓ। ਕੱਲ 5 ਵਜੇ ਤੋਂ ਕਸ਼ਮਕਸ਼ ਸ਼ੁਰੂ ਹੋਈ। ਮੈਂ ਥੋੜਾ ਜਿਹਾ ਵੈਸੇ ਵੀ ਦਿਲ ਦਰਿਆ ਹੈਗਾ ਵੀ ਚੱਲ ਕੋਈ ਨਹੀਂ ਗੁਰੂ ਸਾਹਿਬ ਤੇ ਛੱਡੋ, ਜੇ ਇੱਧਰੋਂ 4 ਘਟ ਗਈਆਂ 40 ਉੱਧਰੋਂ ਆ ਜਾਣਗੀਆਂ। ਮੈਂ ਉਹਨਾਂ ਨੂੰ ਕਹਿਤਾ ਮੈਂ ਕੋਈ ਗੱਲ ਨਹੀਂ ਯਾਰ, ਇਹਨੂੰ ਜੇ ਇੰਨਾ ਤੰਗ ਕਰਦਾ ਗਰੀਬ ਨੂੰ ਤਾਂ ਲੈ ਜਾਣ। ਮੈਂ ਤਾਂ ਆਪਣੇ ਵੱਲੋਂ ਛੁੱਟੀ ਦੇਤੀ, ਪਰ ਗਾਬੀਆ ਸਾਹਿਬ ਮੈਂ ਤਾਂ ਕਹਿਣਾ ਕਿ ਗੁਰੂ ਸਾਹਿਬ ਸ਼ਕਤੀ ਬਖਸ਼ਣ ਉਸ ਗਰੀਬ ਨੂੰ ਹਰੇਕ ਨੂੰ। ਤੇ ਉਹਨਾਂ ਨੇ 2-3 ਘੰਟੇ ਮੀਟਿੰਗ ਕੀਤੀ। ਮੀਟਿੰਗ ਕਰਕੇ ਰਾਤ ਨੂੰ ਮੈਨੂੰ 9 ਵਜੇ ਫੈਸਲਾ ਆ ਗਿਆ, ਕਹਿੰਦੇ ਜੀ ਸਾਨੂੰ ਭਾਵੇਂ ਟੈਂਟ 'ਚ ਬਹਿਣਾ ਪੈ ਜੇ ਪਰ ਅਸੀਂ ਉਹਦੀ ਇਹ ਨਹੀਂ ਮੰਨਾਂਗੇ ਕਿ ਜਾਣ ਬੁੱਝ ਕੇ ਸਾਡਾ ਘਰ ਢਾਉਣਾ ਜਾਵੇ। ਇਸ ਤਰ੍ਹਾਂ ਦਾ ਮੈਂ ਸਮਝਦਾ ਕਿ ਡੰਡਾ ਤੰਤਰ, ਇਸ ਤਰ੍ਹਾਂ ਦਾ ਗੁੰਡਾਗਰਦੀ ਜਿਹੜੀ ਹੈਗੀ ਹੈ। ਮੈਂ ਇੱਕ ਗੱਲ ਕਹਾਂ, ਗੁਰੂ ਘਰ 'ਚ ਖੜੇ ਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਇਹ ਗੁਰਤੀ ਨਹੀਂ ਹੈ। ਉਹਨਾਂ ਨੇ ਤਾਂ ਇੱਕ ਕਿਹਾ ਕਿ ਕੰਮਾਂ ਨਾਲ ਲੰਮੀ ਲਕੀਰ ਖਿੱਚੋ ਤੇ ਲੋਕਾਂ ਦੇ ਦਿਲ ਜਿੱਤ ਕੇ ਜਿਹੜੀਆਂ ਉਹ ਵੋਟਾਂ ਪਾਓ। ਤੇ ਇਹਨੇ ਫੜਿਆ ਕੀ ਹੈ ਇੱਥੇ ਕੰਮ? ਕੱਲਾ ਇੱਥੇ ਇੰਨੇ ਨਾਲ ਹੀ ਨਹੀਂ ਸਰਿਆ। ਅੱਜ ਜੇ ਕੋਈ ਚੰਗਾ ਪਲਾਟ ਵੀ ਜੇ ਕੋਈ ਦਿਸਦਾ ਹੈ ਤੇ ਉਹਨਾਂ ਤੇ ਵੀ ਪਰਚੇ ਹੋ ਕੇ ਪਲਾਟਾਂ ਤੱਕ ਦੀ ਵੀ ਜਿਹੜੀ ਗੱਲ ਹੈ ਉਹ ਕਿੱਥੋਂ ਤੱਕ ਗਈ ਹੈ। ਅੱਜ ਰੇੜੀਆਂ ਤੱਕ ਤੋਂ ਹੀ ਮਹੀਨਾ ਲਿਆ ਜਾ ਰਿਹਾ ਹੈ। ਅੱਜ ਮੈਂ ਸਮਝਦਾ ਕਿ ਕੋਈ ਥਾਣਾ ਨਹੀਂ ਬਚਿਆ, ਕੋਈ ਤਹਿਸੀਲ ਨਹੀਂ ਬਚੀ, ਕੋਈ ਜਗ੍ਹਾ ਨਹੀਂ ਬਚੀ ਜਿੱਥੋਂ ਇੱਕ ਮਹੀਨੇ ਲੈ ਕੇ ਅਫਸਰ ਨਹੀਂ ਲਾਉਂਦਾ। ਭਰਾਵੋ ਮੈਂ ਗੁਰਦੁਆਰਾ ਸਾਹਿਬ ਤੇ ਖੜਾ, ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਤੁਹਾਡੇ ਨਾਲ, ਤੁਹਾਡੀ ਸਰਕਾਰ ਬਣ ਜੇ ਤੇ ਆਪਣੇ ਕੋਲੇ ਜਦੋਂ ਸਰਕਾਰ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੋਏ, ਇੱਕ ਵੀ ਅਫਸਰ ਕੋਈ ਨਾ ਮਹੀਨਾ ਲੈ ਕੇ ਲਾਇਆ ਜਾਊਗਾ ਤੇ ਨਾ ਉਹਨੂੰ ਤੁਹਾਡੀਆਂ ਜੇਬਾਂ ਪੱਟਣ ਦੀ ਇਜਾਜ਼ਤ ਦਿੱਤੀ ਜਾਊਗੀ। ਇਹ ਮੇਰੀ ਜ਼ਿੰਮੇਵਾਰੀ ਇਸ ਕਰਕੇ ਤਕੜੇ ਹੋ ਕੇ ਇਹ ਜਿਹੜਾ ਹਰਦਿਆਲ ਕੰਬੋਜ ਕਹਿਣਾ ਪੈ ਜਾਂਦਾ, ਫਿਰ ਮੂੰਹ ਤੇ ਚੜਿਆ ਇਹਦਾ ਨਾ ਹੀ ਕੋਈ ਹੋਰ ਧਰਦੇ ਆ ਕੋਈ। ਇਸ ਕਰਕੇ ਇਹਨੂੰ ਰਸਤਾ ਚੰਗਾ ਕਰਨ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਔਰ ਇਹ ਭਾਗ ਦੇਣਗੇ ਕਿੱਥੇ? ਆ ਪਿੰਡਾਂ ਦੇ ਵਿੱਚ ਕੋਈ ਭੱਠੀ ਤੋੜਾ ਫੜਿਆ ਜਾਵੇ ਨਾ ਤੇ ਪੁਲਿਸ ਵਾਲੇ ਜਾਂਦੇ ਆ, ਮੈਂ ਦੱਸਿਓ ਬੈਠਾ ਆਪਣਾ ਇੱਥੇ ਇੰਸਪੈਕਟਰ ਸਾਹਿਬ, ਤੇ ਫਿਰ ਪਿੱਛੋਂ ਪਰਨੇ ਨਾਲ ਨਾ ਐਂ ਕਰਕੇ ਬਾਹਾਂ ਬੰਨ ਕੇ ਲਿਆਉਂਦੇ ਆ ਤੇ ਮਾਰ ਧੱਕੇ ਦੇ ਜੀਪ 'ਚ ਪਿੱਛੇ ਸਿੱਟ ਲੈਂਦੇ ਆ। ਤੇ ਫਿਰ ਉਹ ਨਾਲੇ ਤਾਂ ਮਿੰਨਤਾਂ ਕਰਦਾ ਨਾਲੇ ਰੋਂਦਾ ਵੀ ਬੇਇੱਜ਼ਤੀ ਬੜੀ ਹੋ ਗਈ। ਫਿਰ 5-4 ਬੰਦੇ ਪਿੰਡ ਦੇ ਜਾਂਦੇ ਆ ਤੇ ਫਿਰ ਉਹ ਨਾਲੇ ਤਾਂ ਮਿੰਤ ਕਰਦੇ ਆ, ਨਾਲੇ ਕੋਈ ਸਹਿਮਤੀ ਗਰੰਟੀ ਦੇ ਕੇ ਆਉਂਦੇ ਆ ਤੇ ਫਿਰ ਜਾ ਕੇ ਕਿਤੇ ਖਹਿੜਾ ਛੁੱਟਦਾ, ਨਹੀਂ ਕਈਆਂ ਦਾ ਤਾਂ ਅਦਾਲਤ ਤੋਂ ਛੁੱਟਦਾ। ਤੇ ਇੱਥੇ ਕੀ ਵਾਪਰ ਰਿਹਾ? 135 ਬੰਦੇ ਮਰ ਗਏ ਉਹਦੀਆਂ ਜਾਲੀ ਸ਼ਰਾਬ ਦੀਆਂ 3 ਫੈਕਟਰੀਆਂ ਨਾਲ। 135 ਬੰਦੇ ਤੇ ਕਿਸੇ ਦਾ ਪਰਚਾ ਤੱਕ ਹੀ ਨਹੀਂ ਦਰਜ ਹੋਇਆ, ਕਿਸੇ ਨੂੰ ਸਜ਼ਾ ਤੱਕ ਹੀ ਨਹੀਂ ਮਤਲਬ ਹੋਣ ਵਾਲੇ ਪਾਸੇ ਕਰ ਜਾ ਰਹੀ। ਇੱਕ ਬੰਦਾ ਮਰ ਜੇ ਤੇ ਜੇ ਕਾਨੂੰਨ ਦੇ ਮੁਤਾਬਕ ਗਵਾਹੀਆਂ ਚੰਗੀਆਂ ਹੋ ਜਾਣ ਤੇ ਭਰਾਵੋ ਬੰਦਾ ਫਾਹੇ ਲੱਗ ਜਾਂਦਾ ਹੈ। ਤੇ ਇਹ 135 ਬੰਦੇ ਮਰ ਗਏ, ਦਰਜਨਾਂ ਬੰਦੇ ਦੋਨੋਂ ਅੱਖਾਂ ਤੋਂ ਅੰਨੇ ਹੋਏ ਪਏ ਆ, ਹੋਰ ਪਤਾ ਨਹੀਂ ਕਿੰਨੇ ਬਿਮਾਰ ਹੋਏ ਪਏ ਆ। ਔਰ 5600 ਕਰੋੜ ਰੁਪਏ ਦਾ ਘਪਲਾ ਕੀਤਾ। ਇਹ ਅਸੀਂ ਨਹੀਂ ਕਹਿੰਦੇ, ਇਹਨਾਂ ਦੀ ਸਰਕਾਰ ਦਾ ਚੀਫ ਸੈਕਟਰੀ ਕਹਿੰਦਾ ਸੀ ਜਦੋਂ ਕੈਬਨਿਟ ਦੇ ਵਿੱਚ ਰੌਲਾ ਪਿਆ, ਤੁਹਾਡੇ ਸਾਹਮਣੇ ਹੈ। ਤੇ ਫਿਰ ਕੈਬਨਿਟ ਦੇ ਵਿੱਚ ਰੌਲਾ ਪੈਣ ਤੋਂ ਬਾਅਦ ਚੀਫ ਸੈਕਟਰੀ ਨੂੰ ਹਟਾਤਾ ਤੇ ਮੁੱਖ ਮੰਤਰੀ ਨੇ ਕੁਰਸੀ ਬਚਾਉਣ ਲਈ ਆ ਜਿਹੜੇ ਜਾਲੀ ਸ਼ਰਾਬਾਂ ਵਾਲੇ ਤੇ ਜਾਲੀ ਕੰਮ ਕਰਨ ਵਾਲੇ ਲੋਕ ਹੈ, ਇਹ ਲੋਕਾਂ ਦੇ ਸਿਰ ਤੇ ਬਿਠਾਏ ਹੋਏ ਹਰ ਰੋਜ਼ ਧੱਕੇ ਕਰਦੇ। ਇਸ ਕਰਕੇ ਭਰਾਵੋ ਇਹਦੀ ਵੀ ਜਾਂਚ ਕਰਾਵਾਂਗੇ। ਔਰ ਪਿੰਡਾਂ ਦੇ ਵਿੱਚ ਬੈਠੇ ਹਰ ਉਸ ਇਨਸਾਨ ਨਾਲ ਜਿਹਦੇ ਨਾਲ ਧੱਕਾ ਹੋਇਆ, ਅਗਰ ਉਹ ਆਪਦੀ ਦਰਖਾਸਤ ਤੇ ਕਾਇਮ ਰਹਿਣਾ ਚਾਹੂਗਾ, ਅਗਰ ਉਹ ਇਹਨਾਂ ਚੀਜ਼ਾਂ ਦੇ ਹਿਸਾਬ ਲੈਣਾ ਚਾਹੂਗਾ, ਮੈਂ ਕਹਿੰਦਾ ਕਿ ਉਸ ਕੱਲੀ ਚੀਜ਼ ਦਾ ਹਿਸਾਬ ਜਿਹੜਾ ਇਹ ਹਰਦਿਆਲ ਕੰਬੋਜ ਤੋਂ ਲੈ ਕੇ ਦੇਵਾਂਗੇ। ਇਸ ਕਰਕੇ ਭਰਾਵੋ ਤਕੜੇ ਹੋ ਕੇ ਸਾਥ ਦਿਓ, ਤਕੜੇ ਹੋ ਕੇ ਤੁਹਾਡੇ ਸਾਥ ਦੀ ਲੋੜ ਹੈ। 3-4-5 ਮਹੀਨੇ ਮਿਹਨਤ ਦੀ ਲੋੜ ਹੈ। 3-4-5 ਮਹੀਨੇ ਮਿਹਨਤ ਤੁਸੀਂ ਕਰ ਦਿਓ ਤੇ 3-4-5 ਮਹੀਨਿਆਂ ਦੀ ਮਿਹਨਤ ਤੁਹਾਡੀ ਨਾਲ ਜਿੱਥੇ ਪੰਜਾਬ ਦੇ ਵਿੱਚ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜਿੱਦਾਂ ਦਾ ਸਮਝੌਤਾ ਹੋਇਆ ਹੈ, ਪੰਜਾਬ ਦੀ ਕੰਧ ਤੇ ਲਿਖਿਆ ਪਿਆ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਣ ਜਾ ਰਹੀ ਹੈ। ਸਵਾਲ ਸਿਰਫ ਇੰਨਾ ਹੀ ਹੈ ਕਿ ਉਸ ਵਿਧਾਨ ਸਭਾ ਦੇ ਵਿੱਚ ਰਾਜਪੁਰਾ ਦੇ ਸੀਟ ਦਾ ਹਿੱਸਾ ਪੈਣਾ ਕਿ ਨਹੀਂ ਪੈਣਾ, ਇਹ ਤੁਹਾਡੇ ਪਿੰਡੇ ਤੇ ਆਏ ਮੁੜ ਕੇ ਨਾਲ ਪੈਣਾ। ਜੇ ਆਪਾਂ ਇੱਥੇ ਆਖੀਏ ਵੀ ਅੱਜ ਅਸੀਂ ਭਾਸ਼ਣ ਦੇ ਕੇ ਚਲੇ ਗਏ ਆ, ਗਾਬੜੀਆ ਸਾਹਿਬ ਨੂੰ ਤਾਂ ਮੈਂ 4 ਵਾਰੀ ਸੱਦਾ, ਭਾਵੇਂ 4 ਵਾਰੀ ਸੱਦ ਲੂ, ਮੈਨੂੰ ਕੰਨ 'ਚ ਦੱਸ ਰਹੇ ਸੀ, ਮੈਂ ਆਪਣੇ ਬੱਚਿਆਂ ਵਾਂਗੂ ਸਮਝਦੇ ਆ। ਮੈਨੂੰ ਕਹਿੰਦੇ ਮੈਂ ਸਾਰੇ ਡਿਊਟੀਆਂ ਲਾਤੀਆਂ ਤੇਰੇ। ਇਹ ਤਾਂ ਇੱਥੋਂ ਤੱਕ ਵੀ ਲਿਖੀ ਬੈਠੀ ਆ ਕਿ ਕਿਹੜੇ ਹਲਕੇ ਦੇ ਵਿੱਚ ਸਾਰਿਆਂ ਤੋਂ ਵੱਧ ਰਿਸ਼ਤੇਦਾਰੀਆਂ, ਮਤਲਬ ਇਸ ਲੈਵਲ ਦਾ ਫਿਕਰ ਕਰਦੇ ਆ। ਮੈਂ ਇਹਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਪਰ ਭਰਾਵੋ ਸਾਡੇ ਭਾਸ਼ਣ ਦੇ ਨਾਲ, ਰਿਸ਼ਤੇਦਾਰਾਂ ਦੇ ਗੇੜਾ ਮਾਰਨ ਨਾਲ, ਕੱਲਿਆਂ ਨਾਲ ਵੋਟ ਨਹੀਂ ਪੈਣੀ।
ਵੋਟ ਉਦੋਂ ਪੈਂਦੀ ਹੈ ਜਦੋਂ ਤੁਸੀਂ ਜਾ ਕੇ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਵੀ ਤੂੰ ਤਕੜਾ ਹੋ ਕੇ ਸਾਨੂੰ ਵੋਟਾਂ ਪਾ। ਜੇ ਕੋਈ ਕੰਮ ਹੋਇਆ ਬਰਾੜ ਨੂੰ ਕੰਨੋਂ ਅਸੀਂ ਫੜ ਲਾਂਗੇ, ਉਹਦੀ ਕੋਠੀ ਲੈ ਕੇ ਚੱਲਦੇ ਆ, ਤੈਨੂੰ ਦੱਸ ਤੇਰਾ ਅੱਜ ਵੀ ਜੇ ਕੋਈ ਕੰਮ ਹੋਏਗਾ। ਇਹ ਵਰਕਰ ਨੂੰ ਤਕੜਾ ਹੋਣਾ ਪੈਣਾ। ਜੇ ਵਰਕਰ ਤਕੜਾ ਤੇ ਪਾਰਟੀ ਤਕੜੀ ਹੈ। ਜੇ ਵਰਕਰ ਤਕੜਾ ਤਾਂ ਇਲੈਕਸ਼ਨ ਜਿੱਤਿਆ ਜਾਂਦਾ ਹੈ, ਤੇ ਜੇ ਵਰਕਰ ਕਮਜ਼ੋਰ ਰਹਿ ਗਿਆ ਤੇ ਭਾਵੋ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਹੈ। 13 ਲੋਕਾਤੀ ਪ੍ਰੋਗਰਾਮ ਜਿਹੜਾ ਹੈਗਾ, ਮੇਰੀ ਇਹ ਬੇਨਤੀ ਹੈ ਕਿ ਤਕੜੇ ਹੋ ਕੇ ਇਹਨੂੰ ਘਰ ਘਰ ਪਹੁੰਚਾਓ। 2-4 ਦਿਨਾਂ ਦੇ ਵਿੱਚ ਤੁਹਾਡੇ ਕੋਲੇ ਪੈਫਲੇਟ ਵੀ ਭੇਜ ਦਾਂਗੇ। ਕਿੰਨਾ ਵੱਡੇ ਫੈਸਲੇ ਆ ਯਾਰ, ਕਿੰਨੇ ਵੱਡੇ ਇਤਿਹਾਸਕ ਫੈਸਲੇ ਆ। ਤੁਹਾਡੇ ਤੇ ਮੇਰੇ ਕੋਲੋਂ ਕੋਈ ਰਿਸ਼ਤੇਦਾਰ ਮੰਗਣ ਆਵੇ ਕਿ ਮੈਂ 10 ਲੱਖ ਰੁਪਇਆ ਮੇਰੇ ਬਾਪ ਤੇ ਜਾਂ ਮੇਰੇ ਬੇਟੇ ਦੇ ਆਪਰੇਸ਼ਨ ਤੇ ਲੱਗਣਾ ਹੈ, ਤੇ ਆਪਾਂ ਨਾਲ ਦੀ ਨਾਲ ਸਿਰ ਖੁਰਕਣ ਲੱਗ ਜਾਂਦੇ ਵੀ ਯਾਰ ਉਹਨੇ ਮੰਗ ਤਾਂ ਲਿਆ ਤੇ ਦੇਣਾ ਥੋੜਾ ਬਹੁਤਾ ਪਊਗਾ, ਕਿੰਨੇ ਕਿ ਦੇ ਦਿਆਂਗੇ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਪਾਰਟੀ ਨੇ, ਸ਼੍ਰੋਮਣੀ ਅਕਾਲੀ ਦਲ, ਬਸਪਾ ਗੱਠਜੋੜ ਦੀ ਸਰਕਾਰ ਨੇ ਫੈਸਲਾ ਕੀਤਾ, ਜਦੋਂ ਸਰਕਾਰ ਬਣ ਗਈ 10 ਲੱਖ ਰੁਪਏ ਟਿਕਟ ਦਾ ਮੁਫਤ ਇਲਾਜ ਜਿਹੜਾ ਇੱਕ ਪਰਿਵਾਰ ਨੂੰ ਕਰਾਇਆ। ਤੁਹਾਡੇ ਬੱਚੇ ਜਿਹੜੇ ਹੈਗੇ ਆ ਪੜ੍ਹਨ ਲਈ ਹਰੇਕ ਬੱਚਾ ਚਾਹੁੰਦਾ ਹੈ, ਹਰੇਕ ਮਾਂ-ਬਾਪ ਚਾਹੁੰਦਾ ਹੈ, ਪਰ ਦਰਮਿਆਨੇ ਤੇ ਗਰੀਬ ਪਰਿਵਾਰ ਜਿਹੜੇ ਨਹੀਂ ਪੜ੍ਹਾ ਸਕਦੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੈਸਲਾ ਕੀਤਾ 10 ਲੱਖ ਰੁਪਇਆ ਬਿਨਾਂ ਵਿਆਜ ਤੋਂ ਉਸ ਬੱਚਿਆਂ ਨੂੰ, ਪੜ੍ਹਨ ਵਾਲਿਆਂ ਨੂੰ ਕਰਜ਼ਾ ਦਿੱਤਾ ਜਾਊਗਾ, ਔਰ 3 ਸਾਲ ਕੋਈ ਕਿਸ਼ਤ ਨਹੀਂ ਲੈਣੀ। ਅਗਲੇ 7 ਸਾਲਾਂ 'ਚ ਇਕੱਲਾ ਮੂਲ ਲੈਣਾ। 3 ਸਾਲਾਂ 'ਚ ਪੀਆਰ ਹੋ ਜਾਂਦੇ ਬੱਚੇ ਸਾਡੇ ਬਾਹਰ। ਇਹ ਕਿਤੇ ਛੋਟੀਆਂ ਗੱਲਾਂ। ਬੀਬੀਆਂ ਬੈਠੀਆਂ, ਬੀਬੀਆਂ ਦੇ ਲਈ 2000 ਰੁਪਏ ਰਸੋਈ ਭੱਤਾ ਤੇ 400 ਯੂਨਿਟ ਭਰਾਵੋ ਬਿਜਲੀ ਦੀ ਮਾਫੀ। ਇਹ ਕੇਜਰੀਵਾਲ ਵਾਲੀ ਮਾਫੀ ਨਹੀਂ, ਇਹ ਵੀ ਧਿਆਨ ਰੱਖ ਲਓ। ਉਹ ਜਿਹੜੇ ਫਾਰਮ ਭਰਾਈ ਜਾਂਦੇ ਨਾ, ਕੇਜਰੀਵਾਲ ਤਾਂ ਕਰਕੇ ਗਿਆ 300 ਯੂਨਿਟ ਮਾਫ। ਇਹ ਸਾਡੇ ਇੱਥੇ ਕਾਬੀਆ ਸਾਹਿਬ, ਤੁਸੀਂ ਤਾਂ ਦੂਜੇ ਹਲਕਿਆਂ 'ਚ ਵੀ ਜਾਂਦੇ ਹੋ, ਵੇਖਿਆ ਹੋਣਾ। ਸਾਡੇ ਤੇ ਕੰਧ ਤੇ ਜਿਹੜੀ ਬੈਠੀ ਹੈ ਬੀਬੀ, ਸਾਡੀ ਹੈ ਤਾਂ ਸਰਕਾਰੀ ਉਹ ਮੀਨਾ ਮਿੱਤਲ, ਕਹਿੰਦੀ ਮੇਰੇ ਵੱਲੋਂ 600 ਯੂਨਿਟ ਦੀ ਮਾਫੀ। ਪਰ ਇਹਨਾਂ ਨੂੰ ਪਹਿਲਾਂ ਤਾਂ ਆਪਦੇ ਪ੍ਰਧਾਨ ਜਾਂ ਆਪਦੇ ਕੋਆਰਡੀਨੇਟਰ ਤੇ ਹੀ ਨਹੀਂ ਜਿਹੜਾ ਹੈਗਾ ਯਕੀਨ ਹੈਗਾ ਵੀ ਅਸਲੀਅਤ ਦੇ ਵਿੱਚ ਕੀ ਆ। ਪੋਸਟਰ ਅਸੀਂ ਵੀ ਲਾਵਾਂਗੇ, ਅਸੀਂ ਵੀ ਲਿਖਾਂਗੇ ਵੀ ਕਿੰਨੀ ਮਾਫੀ ਹੈ, ਪਰ ਲਿਖਿਆ ਕੀ ਹੈ ਕਿ 400 ਯੂਨਿਟ ਮਹੀਨੇ ਦੀ, 800 ਯੂਨਿਟ ਪ੍ਰਤੀ ਬਿੱਲ, ਕਿਉਂਕਿ ਬਿੱਲ ਸਾਡਾ 2 ਮਹੀਨਿਆਂ ਚ ਆਉਂਦਾ। ਅਸੀਂ ਸਿੱਧਾ ਨਹੀਂ ਲਿਖਿਆ ਵੀ 600 ਯੂਨਿਟ ਫ੍ਰੀ ਬਿਜਲੀ। ਮੈਂ ਆਉਂਦਾ ਹੋਇਆ ਸੀਗਾ, ਮੇਰੇ ਨਾਲ ਮੇਰਾ ਵੀਰ ਬਿੱਲਾ ਸੀਗਾ, ਤੇ ਉੱਥੇ ਮੈਂ ਇੱਕ ਬੋਰਡ ਪੜਿਆ, ਕਹਿੰਦੇ ਫ੍ਰੀ ਤੇ 24 ਘੰਟੇ ਬਿਜਲੀ। ਹੁਣ ਜੇ ਫ੍ਰੀ ਆ ਗਈ ਗੱਲ ਸਾਰੀ, ਤੇ ਫਿਰ 600 ਯੂਨਿਟ ਕਿੱਥੇ ਰਹਿ ਗਈ? ਉੱਥੇ 600 ਯੂਨਿਟ ਵੀ ਨਹੀਂ ਲਿਖੀ ਸੀ। ਐਸੇ ਝੂਠ ਬੋਲਦੇ ਆ ਪਿਓ ਦੇ ਪੁੱਤ ਕਿ ਕਿਹੜਾ ਕੋਈ ਦੇਣਾ। ਉਹਦੇ ਕਿਸੇ ਨੇ ਜਿਹੜਾ ਸੀਗਾ ਚੜ ਗਿਆ ਖਜੂਰ ਤੇ ਖਜੂਰ ਤੇ ਚੜਾਇਆ ਤੇ ਉਹ ਥੱਲੇ ਨੂੰ ਉਤਰਦਾ ਸੁੱਖਾ ਸੁੱਖਣ ਲੱਗ ਗਿਆ। ਤੇ ਜਦੋਂ ਥੱਲੇ ਆ ਗਿਆ ਤੇ ਮਾਰ ਕੇ ਛਾਲ ਕਹਿੰਦਾ ਪੱਟ ਤਾਂ ਸਿੱਧੇ ਗਏ, ਹੁਣ ਕਾਹਦੇ ਨਹੀਂ ਕਹਿੰਦਾ ਤੁਹਾਡੀਆਂ ਸੁੱਖਾਂ ਚੜਾਉਣੀਆਂ। ਉਹ ਗੱਲ ਇਹ ਕਰਦੇ ਆ, ਭਾਵੇਂ ਕੇਜਰੀਵਾਲ ਹੋਵੇ ਤੇ ਭਾਵੇਂ ਹੋਵੇ ਇਹ ਦੂਜਾ ਕੈਪਟਨ ਸਾਹਿਬ, ਕਹਿੰਦਾ 200 ਯੂਨਿਟ ਮੈਂ ਦਿੱਲੀ 'ਚ ਫ੍ਰੀ ਦਿੰਦਾ। ਹੁਣ ਮੈਨੂੰ ਇੱਕ ਗੱਲ ਦੱਸੇ ਕਿ ਜਿੱਥੇ ਤੂੰ ਮੁੱਖ ਮੰਤਰੀ ਹੈ ਉੱਥੇ ਤਾਂ ਕਹਿੰਦਾ ਮੈਂ 200 ਦਿੰਦਾ, ਤੇ ਪੜੂਆ ਇੱਥੇ ਆ ਕੇ ਕਿਹੜਾ ਤੂੰ ਥਰਮਲ ਪਲਾਂਟ ਨਵਾਂ ਲਾਵੇਂਗਾ ਜਿਹਦੇ ਨਾਲ 300 ਦੇਗਾ। ਤੇ ਜਦੋਂ ਪੱਤਰਕਾਰ ਨੂੰ ਅਸੀਂ ਸਿਖਾ ਕੇ ਭੇਜਿਆ ਸੀ ਕਿ ਇਹਦੀ ਠੱਗੀ ਅੱਜ ਚੱਲਣ ਨਹੀਂ ਦਿੰਦੀ, 3-4 ਪਾਸੇ ਅਸੀਂ ਐਸੇ ਬੰਦੇ ਠੱਲੇ ਸੀ ਕਿ ਜਦੋਂ 300 ਯੂਨਿਟ ਆਖੇ, ਕਿਉਂਕਿ ਪਤਾ ਸਾਨੂੰ ਵੀ ਪਹਿਲਾਂ ਹੀ ਲੱਗ ਜਾਂਦਾ ਨਵੀਂ ਵਿਰੋਧੀ ਪਾਰਟੀ ਅੱਜ ਕੀ ਕਰਨ ਲੱਗੀ ਆ। ਤੇ ਉਹਨੂੰ ਪੁੱਛਿਆ ਵੀ 301 ਯੂਨਿਟ ਹੋ ਗਿਆ, ਤੇ ਫਿਰ ਉਹ ਕਹਿੰਦਾ ਜੀ ਫਿਰ ਤੋਂ ਸਾਰਾ ਬਿੱਲ ਲੱਗੇਗਾ ਜਿਵੇਂ ਕੋਲਾ ਜਬੂ ਕਰਦਾ ਹੁੰਦਾ। ਉਹ ਭਗਵੰਤ ਮਾਨ ਮੁੜ ਕੇ ਕੁਰਸੀ ਤੇ ਬੈਠਾ ਵੀ ਤੂੰ ਤਾਂ ਸੱਤਿਆਨਾਸ਼ ਹੀ ਫੇਰਤਾ ਸਾਡਾ। ਤੇ ਇਹ ਨਹੀਂ ਕਹਿੰਦਾ ਨਹੀਂ, ਉਹਨੂੰ 2 ਵਾਰੀ ਆਖਿਆ ਤੂੰ ਝੂਠਾ ਨਹੀਂ ਬੋਲਦੇ। ਉਹ ਪਰ ਪੱਤਰਕਾਰ ਸਿਆਣਾ ਸੀ, ਉਹ ਕਹਿੰਦਾ ਜੀ ਦਿੱਲੀ ਦੇ ਵਿੱਚ ਤੁਸੀਂ 200 ਯੂਨਿਟ ਫ੍ਰੀ ਕੀਤੀ ਹੈ। ਕਹਿੰਦਾ ਹਾਂਜੀ। ਅਗਰ ਕਹਿੰਦਾ 201 ਹੋ ਜਾਂਦੀ ਹੈ, ਫਿਰ ਕਹਿੰਦਾ ਬਿੱਲ ਲੱਗਦਾ, ਤੇ ਫਿਰ ਕਹਿੰਦਾ 301 ਦਾ ਲੱਗੇਗਾ ਨਾ? ਕਹਿੰਦਾ ਹਾਂ ਲੱਗੇਗਾ। ਇਸ ਕਰਕੇ ਭਰਾਵੋ ਕੇਜਰੀਵਾਲ ਵਾਲੀ ਮਾਫੀ ਨਹੀਂ ਹੈ। 400 ਯੂਨਿਟ ਮਹੀਨੇ ਦਾ ਤੇ 800 ਯੂਨਿਟ 2 ਮਹੀਨੇ ਦਾ, ਤੇ ਜੇ 850 ਯੂਨਿਟ ਆ ਗਿਆ ਤੇ 50 ਯੂਨਿਟਾਂ ਦਾ ਹੀ ਬਿੱਲ ਪੈਣਾ ਹੈ। 800 ਯੂਨਿਟ ਦਾ ਕੋਈ ਪੈਸਾ ਨਹੀਂ। ਭਾਵੇਂ 10 ਰੁਪਏ ਡੀਜ਼ਲ ਸਸਤਾ, ਜਿਹੜਾ ਇਹ ਵੀ ਬਹੁਤ ਵੱਡਾ ਰਿਲੀਫ ਹੈ ਜਿਹੜਾ ਖੇਤੀਬਾੜੀ ਦੇ ਜਿਹੜੇ ਕੰਮਾਂ ਦੀ ਹੈ। ਖੇਤੀ ਦੇ ਕਾਲੇ ਕਾਨੂੰਨ ਭਰਾਵੋ ਰੱਦ ਕਰਾਂਗੇ। ਇਹ ਕੈਪਟਨ ਅਮਰਿੰਦਰ ਵਾਲੀ ਅਮੈਂਡਮੈਂਟ ਨਹੀਂ ਕਰਦੇ ਕਿ ਅਮਿਤ ਸ਼ਾਹ ਦਾ ਦਿੱਲੀੋਂ ਟੈਲੀਫੋਨ ਖੜਕ ਗਿਆ ਤੇ ਕਹਿੰਦਾ ਵੀ ਮੈਂ ਇਹਨਾਂ ਬਿੱਲਾਂ 'ਚ ਅਮੈਂਡਮੈਂਟ ਕਰਦਾ। ਅਮੈਂਡਮੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਜੋ ਲਿਖਿਆ ਮੈਂ 2 ਲੈਣਾ, ਇਹਦੇ 'ਚ ਹੋਰ ਲਿਖ ਦਿੰਦਾ, ਇਹਨੂੰ ਵਧਾ ਲੈਣਾ ਜਾਂ ਘਟਾ ਲੈਣਾ। ਤੇ ਭਰਾਵੋ ਕਿਉਂਕਿ ਡਰ ਉਤਰਿਆ ਦਾ ਸੀਗਾ ਤੇ ਜਿਵੇਂ ਰੱਦ ਕਰ ਦਿੰਦਾ, ਤੇ ਅਮੈਂਡਮੈਂਟ ਕਰਤੀ ਤੇ ਨਾ ਉਹਦਾ ਕੋਈ ਫਾਇਦਾ ਤੇ ਨਾ ਭਰਾਵੋ ਤੇ ਲੈਣਾ ਨਾ ਦੇਣਾ। ਤੇ ਅਸੀਂ ਵਾਅਦਾ ਕੀਤਾ ਕਿ ਜਦੋਂ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਖੇਤੀ ਦੇ ਕਾਲੇ ਕਾਨੂੰਨ ਜਿਹੜੇ ਆ ਇਹ ਰੱਦ ਕਰਾਂਗੇ, ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ। ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਤਾਂ 2017 ਦੇ ਕਿੰਨੇ ਕਾਨੂੰਨ ਬਣਾ ਕੇ ਭਰਾਵੋ ਲਾਗੂ ਕਰ ਦਿੱਤੇ। ਇਸੇ ਤਰ੍ਹਾਂ ਜੇ ਆਪਾਂ ਅੱਗੇ ਹੋਰ ਗੱਲ ਕਰ ਲਈਏ, ਆਪਾਂ ਸਬਜ਼ੀਆਂ ਸਾਰੇ ਮੁੱਲ ਖਰੀਦਦੇ ਆ, ਬੰਦੇ ਤਾਂ 5-7-10% ਜ਼ਿਮੀਂਦਾਰ ਲਾਉਂਦੇ ਨਹੀਂ, ਸਾਰੇ ਮੁੱਲ ਖਰੀਦਦੇ। ਤੇ ਹੁੰਦੀ ਕੀ ਹੈ, ਕੱਲ ਪਰਸੋਂ ਮੈਂ ਇੱਥੇ ਪਿੰਡਾਂ 'ਚ ਤੁਰਿਆ ਫਿਰਦਾ ਸੀ, ਬਾਈ ਸਾਧੂ ਸਿਓੜੀ ਵੀ ਨਾਲ ਸੀ।
मैं वो जिमीदार कहते जी असीं तां लगे हुए हैं मिर्चां तोड़ी जाते हैं ते जदों तुसीं नाल दे पिंड आ गए ते सानूं फोन करदे ते असीं तुम्हारे मीटिंग कर लांगे। जदों मैं गया ते मैं भी तुहानूं पता हो गया गल तां मैं करदा ही जिहड़ा कारोबार करदे आ। मैं कहा मिर्चां दा भाव की है? कहते जी चंगा भाव है 25 रुपये पता नहीं उन्होंने दस्सिया। ते मैं कहा भी जे इस 25 रुपये नूं वेख के अगले वारी सारा पिंड मिर्चां ही ला लूगा ते होना की है फिर तुड़ाई भी महंगी पैंदी है मुੱਲ ਤਾਂ मिलना की ਤੇ ਹੁਣ ਤਾਂ ਜਦੋਂ ਇਸ ਵਾਰੀ 25 ਹੈ ਤੇ ਅਗਲੇ ਵਾਰੀ ਰੁਲਦੀਆਂ ਫਿਰਨੀਆਂ। ਇਸ ਕਰਕੇ ਭਰਾਵੋ ਤੁਹਾਡੀ ਸਰਕਾਰ ਬਣ ਕੇ ਫੈਸਲਾ ਕੀਤਾ ਕਿ ਦੁੱਧ ਤੇ ਫਲਾਂ ਤੇ ਜਿਹੜੀਆਂ ਸਬਜ਼ੀਆਂ ਤੇ MSP ਡਿਕਲੇਅਰ ਕਰਾਂਗੇ। ਹੁਣ ਤੁਸੀਂ ਅੰਦਾਜ਼ਾ ਲਾਓ ਕਣਕ ਤੇ ਚੌਲਾਂ ਤੇ MSP ਡਿਕਲੇਅਰ ਹੈ। ਕਦੇ ਕਣਕ 18-19 ਰੁਪਏ ਖਰੀਦ ਕੇ ਆਪਣੇ ਤੋਂ 150 ਰੁਪਏ ਵਿਕਦੀ ਵੇਖੀ ਹੈ? ਕਦੇ 150 ਰੁਪਏ ਆਟਾ ਤਾਂ ਨਹੀਂ ਵਿਕਿਆ ਕਿਉਂਕਿ ਸਭ ਨੂੰ ਪਤਾ ਹੈ ਕਿ ਪਿਛਲੇ ਵਾਰੀ 18 ਜਾਂ 1900 ਰੁਪਏ ਕਣਕ ਜਿਹੜੀ ਵਿਕੀ ਹੈ ਉਹਨੂੰ ਡੇਢਾ ਕਰ ਲੈਣਗੇ 27 ਵੇਚਣਗੇ 28 ਵੇਚਣਗੇ 30 ਵੇਚਣਗੇ ਜੇ ਕੋਈ ਬਾਹਲੀ ਵਧੀਆ ਥੈਲੀ ਲਾ ਲੈਣਗੇ ਕਿਉਂਕਿ ਪਤਾ ਹੋਊਗਾ। ਜਦੋਂ ਪਤਾ ਹੋਇਆ ਕਿ 10 ਰੁਪਏ ਰੇਟ ਹੈ ਸਬਜ਼ੀ ਦਾ ਵੱਧ ਗਿਆ ਤੇ ਉਹ ਜਿਹੜਾ ਸਾਡੇ ਤੋਂ 10 ਵਾਲੀ ਦਾ 150 ਲੈਂਦਾ ਨਾ ਉਹ ਵੀ ਲੈਣਾ ਬੰਦ ਹੋ ਜਾਊ ਤੇ ਜ਼ਿਮੀਂਦਾਰ ਨੂੰ ਵੀ ਘੱਟੋ ਘੱਟ ਘਾਟੇ ਪੈਣੇ ਬੰਦ ਹੋ ਜਾਣਗੇ। ਜੇ 10 ਵਾਲੀ 8 ਰੁਪਏ ਵੇਚੀ ਹੈ ਬਾਰਿਸ਼ ਪੈ ਗਈ ਜ਼ਿਆਦਾ ਪੈਦਾ ਹੋ ਗਈ ਤਾਂ ਜਿਹੜੇ 2 ਰੁਪਏ ਦਾ ਫਰਕ ਹੈ ਉਹ ਸਰਕਾਰ ਦੇ ਹੱਥ ਕਿੰਨਾ ਵੱਡਾ ਫਾਇਦਾ ਹੋਣਾ ਇਸ ਗੱਲ ਦਾ ਨਾਲੇ ਰੇਟ ਕੰਟਰੋਲ ਰਹਿਣਗੇ। ਇਹੋ ਜਿਹੀਆਂ ਬਹੁਤ ਸਾਰੀਆਂ ਸਕੀਮਾਂ ਭਰਾਵੋ ਸਰਕਾਰ ਨੇ ਤੁਹਾਡੇ ਲਈ ਮਿੱਥੀਆਂ ਪਰ ਉਹ ਤਾਂ ਮਿੱਥੀਆਂ ਤੇ ਸਿੰਘਾਂ ਨੂੰ ਹੱਥ ਪਾਵਾਂਗੇ। ਸਿੰਘਾਂ ਨੂੰ ਹੱਥ ਤਾਂ ਪੈਣਾ ਜੇ ਤੁਸੀਂ ਤੇ ਮੈਂ ਸਾਰੇ ਰਲ ਕੇ ਮਿਹਨਤ ਕਰਾਂਗੇ। ਇਕੱਲੇ ਇੱਥੇ ਹੀ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਕੋਈ ਬੰਦਾ ਬੈਠਾ ਹੈ ਸਭ ਨੂੰ ਟੈਲੀਫੋਨ ਖੜਕਾ ਕੇ ਬੇਨਤੀ ਕਰੋ ਕਿ ਭਾਈ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਹੈ। ਨਹੀਂ ਤਾਂ ਜਿਹੜੇ ਹੁਣ ਮੁਲਾਜ਼ਮ ਰੋਈ ਜਾਂਦੇ ਆ ਜਿਹੜੇ ਕੱਚੇ ਹੋਣ ਵਾਲੇ ਆ ਉਹ ਕੱਚੇ ਹੋਣ ਤੋਂ ਰਹਿ ਗਏ। ਜਿਨ੍ਹਾਂ ਨੂੰ ਪੇ ਕਮਿਸ਼ਨ ਸੀ ਇਹ ਕਹਿੰਦੇ ਪਹਿਲੀ ਵਾਰੀ ਸੁਣਿਆ ਕਿ ਜਿਹੜੀ ਪੇ ਕਮਿਸ਼ਨ ਲਾਗੂ ਹੋ ਗਿਆ ਤੇ ਮੁਲਾਜ਼ਮਾਂ ਦੀ ਤਨਖਾਹ ਘਟਾ ਦਿੱਤੀ। ਇਹੋ ਜਿਹਾ ਖਜ਼ਾਨਾ ਮੰਤਰੀ ਹਿਸਾਬ ਰੱਖਦਾ ਬੰਦਾ। ਇਸ ਕਰਕੇ ਜਿਹੜੇ ਕੱਚੇ ਮੁਲਾਜ਼ਮ ਹੈ ਪੱਕੇ ਕਰਾਂਗੇ। ਜਿਹੜੇ ਸਫਾਈ ਕਰਮਚਾਰੀ ਹੈ ਉਹ ਵੀ ਪੱਕੇ ਕਰਾਂਗੇ। ਦਰਮਿਆਨੇ ਤੇ ਜਿਹੜੇ ਛੋਟੇ ਉਦਯੋਗ ਹੈ ਉਹਨਾਂ ਦੇ ਲਈ 5 ਰੁਪਏ ਬਿਜਲੀ ਦਾ ਵੀ ਤੁਹਾਡੇ ਨਾਲ ਵਾਅਦਾ ਕੀਤਾ ਹੈ। ਇੱਕ ਜਿਹੜੀਆਂ ਨੌਕਰੀਆਂ 1 ਲੱਖ ਨੌਕਰੀ ਨੌਜਵਾਨਾਂ ਨੂੰ ਸਰਕਾਰ ਦੀ ਦੇਣੀ ਹੈ। ਅਸੀਂ 1 ਲੱਖ ਕਵਾਂਗੇ ਅਸੀਂ ਕੈਪਟਨ ਨੂੰ 35 ਲੱਖ ਨਹੀਂ ਕਹਿੰਦੇ। ਹੁਣ 35 ਲੱਖ ਦੇ ਨੌਕਰੀ ਹੈ ਨਹੀਂ ਤੇ ਕਿੱਥੋਂ ਮਿਲਣਗੇ? ਐਸੇ ਝੂਠ 'ਚ ਫਸੇ ਸਾਰੇ ਪੰਜਾਬ ਦੇ ਲੋਕ। 1 ਲੱਖ ਨੌਕਰੀ ਦੇਵਾਂਗੇ ਉਹਦੇ ਵਿੱਚ ਵੀ ਔਰਤ ਤੇ ਮਰਦ ਨੂੰ ਬਰਾਬਰ ਕਰਨ ਲਈ ਸਾਡੀ ਪਾਰਟੀਆਂ ਨੇ ਫੈਸਲਾ ਕੀਤਾ ਭਰਾਵੋ ਕਿ 50% ਔਰਤਾਂ ਲਈ ਤੇ 50% ਜਿਹੜਾ ਹੈਗਾ ਮਰਦਾਂ ਦੇ ਲਈ ਬਰਾਬਰ ਨੌਕਰੀਆਂ ਦਿੱਤੀਆਂ। ਇੱਕ ਗੱਲ ਰਹਿ ਗਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਕਾਰਖਾਨੇ ਲਾਉਣੇ ਆ ਤੇ ਪੰਜਾਬ ਦੇ ਬੱਚੇ ਨੌਕਰੀ ਉਹਦੇ ਚ ਲੱਗਣ ਤੋਂ ਹੀ ਰਹਿ ਜਾਂਦੇ ਆ। 75% ਨੌਕਰੀਆਂ ਪੰਜਾਬ ਦੇ ਲੋਕਾਂ ਲਈ ਰਾਖਵੀਆਂ ਹੋਣਗੀਆਂ। ਕੋਈ ਕੰਪਨੀ ਕੋਈ ਕਾਰਖਾਨਾ ਲਾਵੇ ਕੋਈ ਵੱਡਾ ਕਾਰੋਬਾਰ ਕਰੇ ਇਹ ਵੀ ਤੁਹਾਡੀ ਸਰਕਾਰ ਬਣ ਕੇ ਤੁਹਾਨੂੰ ਫੈਸਲਾ ਕਰਨਾ। ਇਸ ਕਰਕੇ ਮੈਂ ਇਸ ਏਜੰਡੇ ਨੂੰ ਤੁਹਾਡੇ ਚਰਨਾਂ 'ਚ ਬੇਨਤੀ ਕਰੂੰਗਾ ਕਿ ਘਰ ਘਰ ਪਹੁੰਚਾਉਣਾ ਹੈ ਤੇ ਘਰ ਘਰ ਤਾਂ ਪਹੁੰਚਣਾ ਜੇ ਆਪਾਂ ਟਾਈਮ ਕੱਢ ਕੇ ਹਰ ਰੋਜ਼ 5-10 ਘਰਾਂ 'ਚ ਜਾਈਏ ਗਰੀਬ ਵਿਹੜਿਆਂ ਦੇ ਵਿੱਚ ਜਾਈਏ। ਸੋ ਇੰਨੀ ਬੇਨਤੀ ਕਰਦਾ ਮੈਂ ਇੱਕ ਹੋਰ ਬੇਨਤੀ ਕਰਦਿਆਂ ਕਿ ਜਿਹੜੇ ਵੀ ਸੱਜਣ ਅੱਜ ਪਛੜੀਆਂ ਸ਼੍ਰੇਣੀਆਂ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਅੱਜ ਬੰਦੇ ਲੈ ਕੇ ਆ ਮੇਰੇ ਕੋਲ ਲਿਸਟ ਲਗਭਗ ਪਹੁੰਚ ਚੁੱਕੀ ਹੈ। ਮੈਂ ਪਰਸਨਲੀ ਵੀ ਬੇਨਤੀ ਕਰਕੇ ਧੰਨਵਾਦ ਕਰੂੰਗਾ ਔਰ ਅੱਜ ਇੱਥੇ ਓਪਨਲੀ ਵੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਔਰ ਦੂਜੀ ਮੈਂ ਬੇਨਤੀ ਕਰਦਿਆਂ ਜਿਹੜੀ ਬਹੁਜਨ ਸਮਾਜ ਪਾਰਟੀ ਵਾਲੇ ਮਹਿਰਾ ਸਾਹਿਬ ਦੇ ਜਾਂ ਛੱਡਪੜ ਸਾਹਿਬ ਸ਼ਾਇਦ ਇਹਨਾਂ ਦੀ ਸੰਗ ਨਾ ਗਏ ਹੁਣ ਵੀ ਕਾਹਦੀ ਇਹਦੇ ਇਸ ਮੀਟਿੰਗ 'ਚ ਗੱਲ ਕਰਨੀ ਹੈ। 29 ਤਰੀਕ ਨੂੰ ਬਹੁਜਨ ਸਮਾਜ ਪਾਰਟੀ ਦੀ ਬਹੁਤ ਵੱਡੀ ਰੈਲੀ ਹੈ ਜਿਹਦੇ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਾਹਿਬ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਜਿਹੜੇ ਹੈਗੇ ਆ ਉਹ ਹਾਜ਼ਰ ਹੋਣਗੇ ਤੇ ਸਮੁੱਚੀ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਹਾਜ਼ਰ ਹੋਊਗੀ। ਫੈਸਲਾ ਅਸੀਂ ਕੀਤਾ ਬੈਠ ਕੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨਾਲ ਕਿ ਹਰ ਪਿੰਡ ਦੇ ਵਿੱਚੋਂ ਘੱਟੋ ਘੱਟ ਇੱਕ ਗੱਡੀ ਭਾਵੇਂ ਉਹ ਟੈਕਸ ਦੀ ਹੁੰਦੀ ਹੈ 10-12 ਸੀਟਾਂ ਵਾਲੀ ਪਰ ਹਰ ਪਿੰਡ ਦੇ ਵਿੱਚੋਂ ਹਿੱਸਾ ਪਾਉਣਾ। ਇਸ ਕਰਕੇ ਮੈਂ ਬੇਨਤੀ ਕਰਾਂ ਜਿਹੜੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ ਭਾਵੇਂ ਬਹੁਜਨ ਸਮਾਜ ਪਾਰਟੀ ਦੇ ਵਰਕਰ ਹੈ ਕਿਰਪਾ ਕਰਕੇ ਇਸ ਚੀਜ਼ ਨੂੰ ਆਪਾਂ ਬਕਾਇਦਗੀ ਨਾਲ ਲਾਗੂ ਕਰਨਾ ਕਿਉਂਕਿ ਜਿਹੜਾ ਉੱਥੇ ਬਹੁਜਨ ਸਮਾਜ ਪਾਰਟੀ ਦੀ ਰੈਲੀ ਸੁਣਿਆ ਆ ਗਰੀਬ ਭਰਾ ਜਿਹੜਾ ਸਾਡਾ ਵਰਕਰ ਹੈ ਬਹੁਜਨ ਸਮਾਜ ਪਾਰਟੀ ਦਾ ਉਹਨੂੰ ਹੋਰ ਹੌਸਲਾ ਮਿਲੂਗਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਉਹਦੇ 'ਚ ਹੋਰ ਬਲ ਮਿਲੂਗਾ। ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਬੇਨਤੀ ਕਰੂੰਗਾ। ਆ ਕਈ ਮੈਂ ਵੇਖਦਾ ਮੈਂ ਇੱਥੇ ਆ ਕੇ ਜਦੋਂ ਰਾਜਪੁਰੇ ਪੁੱਛਿਆ ਮੈਂ ਕਿਹਾ ਫਲਾਣੇ ਕਿੱਥੇ ਹੈ ਮੈਂ ਕਿਹਾ ਟੈਲੀਫੋਨ ਤਾਂ ਨਿਤ ਕਰਾਉਣ ਆਉਂਦੇ ਹੁੰਦੇ ਸੀਗੇ ਉਹ ਕਹਿੰਦੇ ਜੀ ਉਹ ਤਾਂ ਕਾਂਗਰਸ 'ਚ ਰਲ ਗਏ। ਮੈਂ ਕੀ ਹੋ ਗਿਆ ਕਹਿੰਦੇ ਉਹਦਾ ਕੰਮ ਜਿਹਾ ਸੀ ਮਾੜਾ ਜਿਹਾ ਫਲਾਣਾ ਜਿਵੇਂ ਆਪਾਂ ਗੱਲਾਂ ਕਰਦੇ ਰਹੇ। ਮੈਂ ਦਾਅ ਦਿੰਦਾ BSP ਦੇ ਵਰਕਰਾਂ ਦਾ ਜਿਹਨੂੰ ਪਤਾ ਹੁੰਦਾ ਸੀ ਕਿ ਸਾਡੇ ਹਲਕੇ ਕੋਲ 3000 ਜਾਂ 4000 ਜਾਂ 5000 ਵੋਟ ਪੈਣੀ ਹੈ ਤੇ MLA ਨਹੀਂ ਬਣਨਾ
फिर भी वो पिछले 42-44 साल के बहुजन समाज पार्टी का झंडा हथ दे विच फड़ के हर बूथ भी लाते सी और आपके परिवारों दी आपदियां वोटां भी पाउंदे। इस करके ये हुंदी है दृढ़ता नाल, और दृढ़ता अपनी पार्टी के वर्करां लीडरां च भी सीगी, तां ही 5 साल बाद जाके किते श्रोमणी अकाली दल जिहड़ा सत्ता दे विच आया सी। इस करके भरावो वही दृढ़ता सानू दोनों पार्टियां नूं पैदा करके रखनी पैनी है। और मैं समझदा बहुजन समाज पार्टी पहली बार जिहड़ी है सरकार की सत्ता का हिस्सा बनेगी। और मैं यकीन दौड़ा राजपुरे के हल्के दे विच, राजपुरे हल्के दे विच सके भरावां वांगू रखांगे। हर चीज दे विचों वंडवा जिहड़ा हैगा ਉਹ ਹਿੱਸਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਮਿਲੂਗਾ, ਉਵੇਂ ਬਹੁਜਨ ਸਮਾਜ ਪਾਰਟੀ ਦੇ ਲੀਡਰਾਂ ਨੂੰ ਵੀ, ਭਾਵੇਂ ਅਹੁਦੇਦਾਰੀਆਂ ਸਰਕਾਰੀ ਹੋਣ ਜਾਂ ਵੈਸੇ ਸਰਕਾਰ ਦੇ ਵਿੱਚ ਕਿਤੇ ਕੋਈ ਨਿਯੁਕਤੀਆਂ ਹੋਣ, ਸਾਰੀਆਂ ਦੇ ਥਾਂ ਤੇ ਆਪਾਂ ਰਲ ਮਿਲ ਕੇ ਕਰਾਂਗੇ। ਸੋ ਸਾਰਿਆਂ ਦਾ ਇੱਕ ਵਾਰੀ ਮੈਂ ਫਿਰ ਧੰਨਵਾਦ ਕਰੂੰਗਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਣਾਵਾਂਗੇ। ਸੋ ਮੇਰਾ ਖਿਆਲ ਹੈ ਪ੍ਰੋਫੈਸਰ ਸਾਹਿਬ ਪਹੁੰਚ ਗਏ, प्रोफेसर प्रेम सिंह जी चंदूमाजरा साहब, जिन्होंने मैं वेट करता थोड़ा 2-4 मिनट में वध नहीं बोल गया, क्योंकि मैंने ये सीगा मैं उन्ना चਿਰ मैं ये कह नहीं सकता कि मैं उन्नी देर लानी है। तो प्रोफेसर प्रेम सिंह चंदूमाजरा साहब पहुंचे हैं, मैं अपने वालों हल्के वालों जी आया कहूँगा। तो सारा का धन्यवाद। वाहिगुरू जी का खालसा, श्री वाहिगुरू जी की फतेह। बैठ जाओ भाई, बैठ जाओ, बैठ जाओ। बहुत बहुत धन्यवाद।